ਲਰਨ ਪੰਜਾਬੀ ਵਿਦ ਜਗਜੀਤ ਸਰ। ਇਸ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫੇਰ ਸਵਾਗਤ ਹੈ। ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ, ਮੈਂ ਆਪ ਨੂੰ ਬੇਨਤੀ ਕਰਦਾ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਲਰਨ ਪੰਜਾਬੀ ਵਿਦ ਜਗਜੀਤ ਸਰ ਇਸ ਚੈਨਲ ਤੇ ਅੱਜ ਫਿਰ ਅਸੀਂ ਸਵਾਗਤ ਕਰਦੇ ਹਾਂ 11ਵੀਂ ਜਮਾਤ ਦੇ ਵਿਦਿਆਰਥੀਆਂ ਦਾ, ਸਿੱਖਿਆਰਥੀਆਂ ਦਾ ਤੇ ਉਹਨਾਂ ਸਾਰੇ ਅਧਿਆਪਕਾਂ ਦਾ ਜੋ ਇਸ ਚੈਨਲ ਦੇ ਰਾਹੀਂ ਸਾਡੇ ਨਾਲ ਜੁੜੇ ਨੇ ਔਰ ਇਸ ਚੈਨਲ ਦੇ ਜੋ ਮੈਸੇਜ ਨੇ, ਜੋ ਲੈਸਨਸ ਨੇ, ਉਹਨਾਂ ਨੂੰ ਆਪਣੇ ਵਿਦਿਆਰਥੀਆਂ ਨਾਲ ਸਾਂਝਾ ਕਰਕੇ ਸਾਡੇ ਲਈ ਬੜਾ ਮਾਣ ਦਾ ਵਿਸ਼ਾ ਬਣ ਰਹੇ ਨੇ। ਅਸੀਂ ਉਹਨਾਂ ਸਾਰੇ ਅਧਿਆਪਕਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਔਰ ਅੱਜ ਭਾਗ 3 ਜਮਾਤ 11ਵੀਂ ਲਾਜ਼ਮੀ ਪੰਜਾਬੀ ਪੁਸਤਕ ਵਿੱਚੋਂ ਅਸੀਂ ਮਿੱਥ ਕਥਾ ਨੂੰ ਅੱਗੇ ਕੰਟੀਨਿਊ ਕਰਦੇ ਹਾਂ। ਅਸੀਂ ਮਿੱਥ ਕਥਾਵਾਂ ਬਾਰੇ ਪੜ੍ਹਿਆ ਸੀ ਵੀ ਐਸੀ ਕਥਾ ਭਾਰਤ ਹੈ ਜਿਸ ਨੂੰ ਅਸੀਂ ਆਪਣੇ ਧਰਮ ਵਿੱਚ, ਆਪਣੇ ਅਧਿਆਤਮਕ ਜੀਵਨ ਵਿੱਚ, ਆਪਣੇ ਅਧਿਆਤਮਕ ਪੜਾਅ ਵਿੱਚ ਮਿੱਥ ਲੈਂਦੇ ਹਾਂ, ਸ਼ਰਧਾ ਦੇ ਤੌਰ ਤੇ ਉਸ ਨੂੰ ਮੰਨਦੇ ਹਾਂ ਔਰ ਆਪਣੀ ਪੀੜ੍ਹੀ ਦਰ ਪੀੜ੍ਹੀ ਇਸ ਨੂੰ ਅੱਗੇ ਤੋਰਦੇ ਹਾਂ। ਤੇ ਐਸੀ ਕਥਾ ਵਿੱਚ ਜੋ ਅਸੀਂ ਕੀਤੀ ਸੀ, ਭਗਤ ਪ੍ਰਹਲਾਦ ਦੀ ਕਥਾ ਕੀਤੀ ਸੀ। ਅੱਜ ਤੀਜੇ ਭਾਗ ਵਿੱਚ ਅਸੀਂ ਨਲ ਦਮਯੰਤੀ ਦੀ ਕਥਾ ਕਰਦੇ ਹਾਂ, ਜੋ ਇੱਕ ਪੌਰਾਣਿਕ ਕਥਾ ਹੈ। ਜਦੋਂ ਮਹਾਭਾਰਤ ਦੀ ਗੱਲ ਚੱਲਦੀ ਹੈ ਤੇ ਜੋ ਪੂਰਬ ਮਹਾਭਾਰਤ ਵਿੱਚ ਇਹ ਕਥਾ ਕਦੇ ਪ੍ਰਚਲਿਤ ਹੋਵੇਗੀ, ਕਿਉਂਕਿ ਇਸ ਦਾ ਹਵਾਲਾ ਮਹਾਭਾਰਤ ਦੇ ਉਸ ਕਾਂਡ ਵਿੱਚ ਆਉਂਦਾ ਹੈ, ਉਸ ਐਪੀਸੋਡ ਵਿੱਚ ਆਉਂਦਾ ਹੈ ਜਿੱਥੇ ਯੁਧਿਸ਼ਟਿਰ ਆਪਣੇ ਸੁਭਾਅ ਕਰਕੇ, ਆਪਣੇ ਉਸ ਸਮੇਂ ਦੀ ਹਾਲਾਤ ਮਾੜੇ ਹੋਣ ਕਰਕੇ, ਜਦੋਂ ਕੌਰਵਾਂ ਨਾਲ ਜੂਆ ਖੇਡਦਾ ਹੈ, ਸ਼ਕੁਨੀ ਦੇ ਕਰਕੇ, ਸ਼ਕੁਨੀ ਦੀਆਂ ਚਾਲਾਂ ਕਰਕੇ ਹਾਰ ਜਾਂਦਾ ਹੈ। ਇਸ ਕਰਕੇ ਉਹ ਨਿਰਾਸ਼ ਹੋ ਜਾਂਦਾ ਹੈ। ਐਸਾ ਨਿਰਾਸ਼ ਹੁੰਦਾ ਹੈ, ਇੱਕਦਮ ਵਿਸ਼ਾਦ ਵਿੱਚ, ਇੱਕਦਮ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ। ਐਸੇ ਸਮੇਂ ਇੱਕ ਵ੍ਰਿਹਦਸ਼ਵ ਯਾਨੀ ਬ੍ਰਿਹਦਸ਼ਵ ਨਾਮ ਦਾ ਇੱਕ ਪਾਤਰ ਆਉਂਦਾ ਹੈ, ਜਿਹੜਾ ਕਿ ਯੁਧਿਸ਼ਟਿਰ ਨੂੰ ਆਪਣੇ ਕੋਲ ਬਿਠਾ ਕੇ ਇੱਕ ਕਥਾ ਸੁਣਾਉਂਦਾ ਹੈ। ਉਸ ਨੂੰ ਇਸ ਕਥਾ ਦੇ ਨਾਲ ਧੀਰਜ ਵਧਾਉਂਦਾ ਹੈ। ਇਹ ਜੋ ਕਥਾ ਹੈ ਨਲ ਦਮਯੰਤੀ ਦੀ, ਇਸ ਵਿੱਚ ਜੋ ਬ੍ਰਿਹਦਸ਼ਵ ਹੈ ਉਹ ਦੱਸਦਾ ਹੈ ਕਿ ਨਲ ਦਮਯੰਤੀ ਰਾਜਕੁਮਾਰੀ, ਰਾਜਕੁਮਾਰ ਨੇ, ਦੋਨਾਂ ਦਾ ਪ੍ਰੇਮ ਹੁੰਦਾ ਇੱਕ ਦੂਜੇ ਨੂੰ ਦੇਖੇ ਬਿਨਾਂ। ਉਹ ਜੋ ਪ੍ਰੇਮ ਹੈ ਜਦੋਂ ਵਿਆਹ ਤੋਂ ਬਾਅਦ ਵਿਛੋੜੇ ਵਿੱਚ ਬਦਲ ਜਾਂਦਾ, ਬੜੇ ਕਸ਼ਟ ਸਹਿੰਦੇ ਨੇ। ਉਸ ਕਸ਼ਟ ਵਿੱਚ ਉਹਨਾਂ ਦਾ ਜੋ ਪਰਸਪਰ ਪ੍ਰੇਮ ਹੈ, ਪਰਸਪਰ ਖਿੱਚ ਹੈ, ਆਪਸੀ ਜੋ ਭਰੋਸਾ ਹੈ, ਜੋ ਵਿਸ਼ਵਾਸ ਹੈ, ਉਹ ਹਰ ਸਥਿਤੀ ਵਿੱਚ, ਹਰ ਵਿਸ਼ਮ, ਹਰ ਔੜ ਸਥਿਤੀ ਵਿੱਚ ਉਹ ਕਾਇਮ ਰਹਿੰਦਾ ਹੈ। ਸਾਹਸੀ ਰਹਿੰਦੇ ਨੇ ਔਰ ਆਪਣੇ ਨੇਕ ਮਨੁੱਖੀ ਗੁਣਾਂ ਕਰਕੇ ਔਰ ਆਪਣੀ ਚੰਗਿਆਈ ਕਰਕੇ ਅਖੀਰ ਵਿੱਚ ਮਿਲਾਪ ਹੋ ਜਾਂਦਾ ਹੈ। ਐਸੇ ਮਿਲਾਪ ਦਾ ਯੁਧਿਸ਼ਟਿਰ ਦੇ ਮਨ ਤੇ ਅਸਰ ਪੈਂਦਾ ਹੈ। ਇਹ ਜੋ ਪਾਤਰ ਯੁਧਿਸ਼ਟਿਰ ਨੂੰ ਸਮਝਾਉਣ ਲੱਗਾ ਵ੍ਰਿਹਦਸ਼ਵ, ਇਸ ਦਾ ਜੋ ਕੰਮ ਹੈ ਸਾਰਥਕ ਹੋ ਜਾਂਦਾ ਹੈ। ਲਓ ਜੀ, ਅਸੀਂ ਹੁਣ ਇਸ ਨਲ ਦਮਯੰਤੀ ਦੀ ਕਥਾ ਦਾ ਜ਼ਿਕਰ ਸੰਖੇਪ ਵਿੱਚ ਕਰਦੇ ਹਾਂ ਜੋ ਤੁਹਾਡੀ ਪੁਸਤਕ ਵਿੱਚ ਆ। ਅਸੀਂ ਪੁਸਤਕ ਨੂੰ ਆਧਾਰ ਬਣਾ, ਕਿਉਂਕਿ ਮੈਂ ਪਹਿਲੇ ਵੀ ਦੱਸਿਆ ਸੀ ਵੀ ਸਮੇਂ ਅਨੁਸਾਰ, ਸਥਾਨ ਅਨੁਸਾਰ, ਆਪਣੀ ਸਹੂਲਤ ਅਨੁਸਾਰ ਇਹ ਜੋ ਦੰਤ ਕਥਾਵਾਂ ਨੇ, ਜੋ ਪਰੀ ਕਥਾਵਾਂ ਨੇ, ਜੋ ਅਧਿਆਤਮਕ ਜਾਂ ਧਾਰਮਿਕ ਦੇ ਖੇਤਰ ਵਿੱਚ ਕਥਾਵਾਂ ਪ੍ਰਚਲਿਤ ਹੁੰਦੀਆਂ, ਉਹ ਆਪਣਾ ਥੋੜਾ ਰੂਪ ਵਟਾਉਂਦੀਆਂ ਨੇ। ਕਈ ਜਗ੍ਹਾ ਤੇ ਉਹ ਕਥਾ ਕਿਸੇ ਨਾ ਕਿਸੇ ਅੰਸ਼ ਵਿੱਚ ਬਦਲ ਜਾਂਦੀ ਹੈ, ਪਰੰਤੂ ਉਹਨਾਂ ਕਥਾਵਾਂ ਦੇ ਵਿੱਚ ਜੋ ਮੈਸੇਜ ਹੈ, ਜੋ ਸੰਦੇਸ਼ ਹੈ, ਜੋ ਸਿੱਖਿਆ, ਜੋ ਸਾਰ ਹੈ, ਜੋ ਸਿੱਟਾ ਹੈ, ਉਹ ਮੂਲ ਰੂਪ ਵਿੱਚ ਉਹੀ ਰਹਿੰਦਾ ਹੈ। ਲਓ ਜੀ, ਇਸ ਵਿੱਚ ਹੋ ਸਕਦਾ ਤੁਸੀਂ ਹੋਰ ਕਿਸੇ ਤਰੀਕੇ ਨਾਲ ਕਥਾ ਸੁਣੇ, ਪਰ ਜੋ ਤੁਹਾਡੀ ਲਾਜ਼ਮੀ ਪੰਜਾਬੀ ਭਾਗ 11 ਵਿੱਚ ਕਥਾ ਹੈ, ਅਸੀਂ ਉਸ ਦੇ ਆਧਾਰ ਤੇ ਇਸ ਨਲ ਦਮਯੰਤੀ ਦਾ ਕਿੱਸਾ ਸ਼ੇਅਰ ਕਰਦੇ ਹਾਂ, ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਲਓ ਜੀ, ਇਸ ਵਿੱਚ ਪਾਤਰ ਨੇ ਰਾਜਾ ਨਲ ਯਾਨੀ ਰਾਜਕੁਮਾਰ ਨਲ ਹੈ। ਹੁਣ ਨਿਸ਼ਦ ਦੇਸ਼ ਦਾ ਰਾਜਕੁਮਾਰ ਹੈ। ਉਸ ਦੇ ਪਿਤਾ ਦਾ ਨਾਮ ਹੈ ਰਾਜਾ ਵੀਰ ਸੈਨ। उसका राजकुमार है, बड़ा तेजस्वी है, बड़ा गुणवान है, बहुत सुंदर, बहुत बलवान है। और उस एक बहुत बड़ा गुण है कि वह घोड़े दौड़ाने में बहुत महारत हासिल है। भी जिथे कोई भी बंदा, कोई भी घोड़सवार, कोई भी सारथी अपने घोड़िया दौड़ाने बहुत समा लाता है, परंतु उस कला गुण है, यह रबों उसनों दात मिली हुई है कि वह घोड़िया बहुत तेज़ गति नाल, रथां बहुत तेज़ गति नाल दौड़ा सकता है और पलों में ही किते ना किते पहुँच सकता है। यह जो गुण है इस सारी कथा का सार बनता है। अगे गल चल रही है दमयंती दी। दमयंती जिमें राजा नल निशद देश के राजा वीर सैन का राजकुमार है, इस तरह जो राजकुमारी दमयंती है, जो राणी दमयंती है, वो विदर्भ देश के राजा भीम सैन की, इत्थे सिर्फ भीम लिखा है, इत्थे हो सकता है वीर सैन, भीम सैन, यानी राजा भीम की राजकुमारी है। जिमें कि राजा नल विच तेजस्वी होने का गुण है, गुणवान है, सुंदर है, बलवान है, घोड़े दौड़ाने महारत है। इस तरह
जो राणी दमयंती है वो भी बड़ी रूपमती है, पूरे इलाके पूरे उस धरती ते सब तो सुंदर है और सुंदर होने के नाल नाल बुद्धिमान भी है। इस तरह और बहुत सारे गुणों की वो जिहड़ी है ना वो धारनी है, मालकण है। इस करके हुण राजा नल के गुणों की राजकुमारी दमयंती के गुणों की हर पासे शोभा होंदी है। जो वो शोभा वो सोच सारे पासे फैलती है, वो जो गलबात फैलती है दोनों के बारे, दोनों सुंदर ने, तेजस्वी ने, गुणवान ने, एक दूजे की सोच सुनते, एक दूजे के गुणों बारे सुनते हैं और उन्होंने एक दूजे नाल लगाव हो जाता बिना मिले ही, और ऐसे लगाव जो खिच च बदल जाता है। हुण जो उस राजे भीमसेन की जो बेटी है दमयंती विआह योग हो जाती है। ऐसी सुंदर तेजस्वी रूपमती बुद्धिमान करने लई योग वर चाहिए, इस करके स्वयंवर रचा जाता है। दूर दुराडे राजियां नूं राजकुमारों नूं संदेश भेजे जाते हैं, वो सारे खुशी करके या उस स्वयंवर के आमंत्रण नूं स्वीकार करके आते हैं। राजकुमारी इतनी सुंदर है दमयंती भी, जो देवते ने वो भी उस नाल शादी करना चाहते हैं। इस करके वो अलग अलग राजियां का रूप बना के उस दरबार में आ हाजिर होंदे ने। हुण जदों संबर में बड़ा असंभव हो जाता है, क्योंकि सारे राजे सुंदर ने, सारे पराक्रमी ने। हुण जिहड़े देवते उसनूं पता लगता है भी जो राजकुमारी है वो मन ही मन नल नूं, राजकुमार नल नूं अपना पति धारण भी कर चुकी है, भावें उसने देखा नहीं, पर उसके गुणों की सो करके, सूचना करके, खबर करके उसनूं प्रेम कर दिया, उसकी पत्नी होना उसने स्वीकार कर लिया। इस करके जितने देवते उत्थे हाजिर हुए ने वो सारे राजे नल का रूप वटा के, रूप बना के उत्थे बह जाते हैं। हुण जो राजकुमारी दमयंती है वो देखती है भी उत्थे तो कई नल बैठे ने, क्योंकि देवते अपने कला नाल, अपने गुण नाल, अपनी ताकत शक्ति नाल सारे राजे नल दा, राजकुमार नल दा रूप बना के बह जाते हैं। हुण वो जो, क्योंकि राजकुमारी जिहड़ी रूपमती है, बुद्धिमान है, अनेकों गुणों की मालकण है, उन्होंने पता लगता है कि मेरा जो वर है, जो मेरा पति है, वो राजा नल ही होएगा। क्योंकि उत्थे बड़े सारे नल बैठे सी, उसनूं पता है सारे देवते मेरे नाल शादी करने लई बैठे ने, विआह करन रचाउण लई बैठे ने। इस करके वो बड़े नीज ला के देखते, बड़े सूझबूझ नाल देखती है, क्योंकि वो बुद्धिमान है। इस करके जो देखती है भी देवतियां दे चेहरे ते, शरीर ते बाकी राजियां राजकुमारां वांगू मुड़का नहीं है। ਇਹਦਾ मतलब वो देवते है, ਜਿਹੜੇ देवते ਆ ਪਲਕਾਂ नहीं झपकते, अपनी ਅੱਖਾਂ नहीं झपकते। दूजा देवतियां दे पैर धरती नाल टच नहीं होंदे, हवा विच उड़दे ने। और तीसरा ਜਦੋਂ कोई रोशनी रस्ते विच आंदी है, कोई सूरज की रोशनी है, दीवे की रोशनी है, उस समय बंदे का परछावां पैंदा है, परंतु देवतियां का परछावां भी नहीं पै रहा। हुण वो सारी गलबात, सारी कैलकुलेशन करके पता लाती है भी जितने भी राजे नल के भेस विच बैठे ने, राजकुमार नल के रूप में बैठे ने, वो सारे देवते ने। इस करके एक बंदा जिसका मुड़का भी वगदा है, जिसदियां पलकां भी झपकदियां, पैर भी धरती नाल टच होंदे है, उसका परछावां भी है, उसके गले च वरमाला पा दिंदी है, उसनूं अपना पति मान लैंदी है। वो राजा राजकुमार नल है। हुण उसनूं सारे देवते अपने असली रूप में आके असीसां दिंदे ने और खुशी खुशी वो अपने सहुरे घर निशद देश राजा वीर सैन की बहू बन के, यानी उसकी नूह बन के, राजे नल की वोटी बन के, पत्नी बन के, चंगी पत्नी बन के हुण वो आ जाती है अपने सहुरे घर। हुण सारा जीवन खुश है, क्योंकि राजा नल विच बहुत गुण ने, राणी दमयंती जी बहुत गुण ने। इस करके सारे पासे उन्हां दी शोभा हुंदी है, बड़ा खुश जीवन है। थोड़ा समा पा के उन्हां दा एक बेटा और बेटी जन्म लैंदे ने और सारे खुश रहंदे ने। हुण क्योंकि स्टोरी विच ट्विस्ट आना है, स्टोरी विच बदलाव आना है, ऐसे समय जो कलयुग है, जो उस समय सारे पासे अपना कब्जा जमा रहे, उस काल दे, उस समय के अंदर उस कलयुग कोलों राजा नल और राणी दमयंती की खुशी बर्दाश्त नहीं होंदी। वो सोचता है कि मैं किस तरह इन्हां दे रंग विच भंग पावां। हुण वो सोचता है कि मैं राजा नल दे अंदर वास करांगा, इसनों इस तरह के कामों में लावांगा कि इसका राज भाग खो लवां। ए जो खुशी खुशी बड़ा चंगा जीवन बतीत कर रहा है, बहुत आनंददायक जीवन बतीत कर रहा है, इस विच मैं खलल पावां, इस विच मैं बाधा पावां। इस तरह हौली हौली उस कलयुग के प्रभाव करके राजे नल नूं जूए का शौक, यानी उसनूं माड़ा शौक जाग पैंदा है। हुण उसका भरा है पुष्कर, जिहड़ा जुए विच बड़ा माहिर है। हुण पुष्कर नालों लगातार चैलेंज करके जुआ खेलता है, क्योंकि पुष्कर बहुत तेज है और राजे नल उत्ते कलयुग सवार है। इस करके राजा नल हारी जाता है और जो जुए विच जो भरा पुष्कर है जित जाता है। वो जदों हर दाव राजा नल हारी जाता है, दमयंती नूं चिंता हो जाती है, उसनूं वरजदी है, परंतु क्योंकि राजे नल दे दिमाग ते कलयुग सवार है, इस करके वो उसके कहने, उसके आखे, उसदियां सलाहां नहीं मनदा, जुआ खेली जाता है। जदों उन्होंने पता लगता है समा भयानक आने वाला है, दोनों बच्चों नूं अपने
ਪੇਕੇ ਪਿੰਡ ਭੇਜਦੇ ਨੇ ਬੱਚਿਆਂ ਦੇ ਨਾਨਕੇ, ਯਾਨੀ ਉਹ ਵਿਦਰਭ ਦੇਸ਼ ਵਿੱਚ ਰਾਜੇ ਭੀਮ ਸੈਨ ਕੋਲ ਭੇਜ ਦਿੰਦੀ ਹੈ। ਉਸ ਸਮੇਂ ਜੋ ਰਾਜਾ ਨਲ ਹੈ, ਜਦੋਂ ਰਾਜਾ ਨਲ ਆਪਣੀ ਸਾਰੀ ਖੇਡ ਹਾਰ ਜਾਂਦਾ ਹੈ, ਜੋ ਭਰਾ ਪੁਸ਼ਕਰ ਹੈ ਉਸ ਨੂੰ ਦੇਸ਼ ਨਿਕਾਲਾ ਦੇ ਦਿੰਦਾ ਹੈ, ਔਰ ਨਾਲ ਇਹ ਵੀ ਆਰਡਰ ਕਰ ਦਿੰਦਾ ਹੈ ਕਿ ਇਸ ਦੇਸ਼ ਵਿੱਚ ਕੋਈ ਵੀ ਜੋ ਦੇਸ਼ ਦਾ ਨਿਵਾਸੀ ਹੈ ਉਹ ਰਾਜਾ ਨਲ ਦੀ, ਰਾਣੀ ਦਮਯੰਤੀ ਦੀ ਕੋਈ ਮਦਦ, ਕੋਈ ਸਹਾਇਤਾ ਨਾ ਕਰੇ। ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮਦਦ ਨਾ ਕੀਤੀ ਜਾਏ ਤਾਂ ਜੋ ਤੰਗ ਆ ਕੇ ਮੇਰੇ ਦੇਸ਼ ਚੋਂ ਨਿਕਲ ਜਾਣ। ਦੋਹਾਂ ਦਾ ਦੇਸ਼ ਨਿਕਾਲਾ ਹੋ ਜਾਂਦਾ ਹੈ। ਜੋ ਕੱਪੜੇ ਉਹਨਾਂ ਦੇ ਤਨ ਤੇ ਹੈ ਉਹੀ ਹੈ, ਜੋ ਉਹਨਾਂ ਦੇ ਹੱਥਾਂ ਵਿੱਚ ਸਮਾਨ ਹੈ ਉਹੀ ਹੈ। ਇਸ ਤੋਂ ਇਲਾਵਾ ਉਹਨਾਂ ਕੋਲ ਇੰਨੇ ਵੱਡੇ ਦੇਸ਼ ਦਾ ਰਾਜਾ ਹੈ, ਨਿਸ਼ਦ ਦੇਸ਼ ਦਾ ਰਾਜਾ ਹੈ, ਪਰ ਉਹ ਖਾਲੀ ਹੱਥ ਆਪਣੇ ਦੇਸ਼ ਚੋਂ ਬਾਹਰ ਜਾ ਰਿਹਾ ਹੈ। ਭਰਾ ਪੁਸ਼ਕਰ ਰਾਜਾ ਬਣ ਚੁੱਕਿਆ ਹੈ। ਹੁਣ ਸਮਾਂ ਆਉਂਦਾ ਹੈ ਕਸ਼ਟਾਂ ਦਾ। ਰਾਣੀ ਦਮਯੰਤੀ ਕਿਉਂਕਿ ਪਤੀਵ੍ਰਤਾ ਹੈ, ਕਿਉਂਕਿ ਉਹ ਬਹੁਤ ਚੰਗੇ ਗੁਣਾਂ ਵਾਲੀ ਰੂਪਮਤੀ ਹੈ, ਬੁੱਧੀਮਾਨ ਹੈ, ਇਸ ਕਰਕੇ ਜੋ ਰਾਜਾ ਨਲ ਹੈ ਨਾ ਉਸ ਨੂੰ ਆਪਣੇ ਨਾਲ ਨਹੀਂ ਲਿਜਾਣਾ ਚਾਹੁੰਦਾ, ਕਿਉਂਕਿ ਜੋ ਬਨਵਾਸ ਹੈ, ਕਿਉਂਕਿ ਜੋ ਦੇਸ਼ ਨਿਕਾਲਾ ਸਾਰੇ ਕਸ਼ਟਾਂ ਵਿੱਚ ਭਰਿਆ। ਇਹਨਾਂ ਕਸ਼ਟਾਂ ਵਿੱਚ ਜੋ ਸੁੰਦਰ ਮਲੂਕ ਯਾਨੀ ਜੋ ਬਹੁਤ ਨਾਜ਼ੁਕ ਰਾਜਕੁਮਾਰੀ ਕਿਸ ਤਰ੍ਹਾਂ ਸਹੇਗੀ, ਪਰੰਤੂ ਉਹ ਦਮਯੰਤੀ ਹੱਠ ਕਰਦੀ ਹੈ ਕਿ ਮੈਂ ਤੁਹਾਡੇ ਨਾਲ ਜਾਵਾਂਗੀ, ਹਰ ਮੁਸ਼ਕਲ ਨੂੰ ਤੁਹਾਡੇ ਨਾਲ ਸਹਿਨ ਕਰਨ ਦਾ ਮੈਂ ਵਚਨ ਕੀਤਾ ਫੇਰਿਆਂ ਦੇ ਸਮੇਂ, ਇਸ ਕਰਕੇ ਹਰ ਹਾਲਾਤ ਵਿੱਚ ਤੁਹਾਡਾ ਸਾਥ ਦਿਆਂਗੀ। ਪਰੰਤੂ ਉਹ ਚਾਹੁੰਦਾ ਹੈ ਕਿ ਇਹ ਆਪਣੇ ਪੇਕੇ ਘਰ ਯਾਨੀ ਵਿਦਰਭ ਦੇਸ਼ ਚਲੀ ਜਾਵੇ। ਹੁਣ ਉਹਨਾਂ ਦੇ ਕਸ਼ਟ ਸ਼ੁਰੂ ਹੁੰਦੇ ਨੇ, ਭੁੱਖੇ ਭਾਣੇ ਰਹਿੰਦੇ ਨੇ, ਬੇਹਾਲ ਹੋ ਜਾਂਦੇ ਨੇ, ਜੰਗਲ ਵਿੱਚ ਪਹੁੰਚਦੇ ਨੇ। ਅੱਗੇ ਇੱਕ ਧਰਮਸ਼ਾਲਾ ਆਉਂਦੀ ਹੈ। ਧਰਮਸ਼ਾਲਾ ਵਿੱਚ ਥੱਕੀ ਟੁੱਟੀ ਇੱਕਦਮ ਬੇਹਾਲ ਹੋਈ ਰਾਣੀ ਦਮਯੰਤੀ ਸੌ ਜਾਂਦੀ ਹੈ। ਉਸ ਨੂੰ ਘੂਕ ਨੀਂਦ ਆ ਜਾਂਦੀ ਹੈ। ਹੁਣ ਰਾਜੇ ਨੂੰ ਨੀਂਦਰ ਨਹੀਂ ਆਉਂਦੀ, ਰਾਜੇ ਨਲ ਨੂੰ। ਰਾਜਾ ਨਲ ਸੋਚਦਾ ਹੈ ਬੜੀ ਰੂਪਮਤੀ ਹੈ, ਬੜੀ ਬੁੱਧੀਮਾਨ ਹੈ, ਬੜੀ ਕੋਮਲ ਹੈ, ਇਸਨੇ ਕਦੀ ਕਸ਼ਟ ਨਹੀਂ ਝੱਲੇ, ਮੇਰੇ ਕਰਕੇ ਇਹ ਭੁੱਖ ਦੀ ਮਾਰੀ ਹੈ, ਇਸ ਨੂੰ ਮੈਂ ਛੱਡ ਕੇ ਨਿਕਲ ਜਾਣਾ। ਉਸ ਦਾ ਮਨ ਬੜੇ ਦਵੰਦ ਵਿੱਚ ਫਸਿਆ, ਬੜੇ ਝਗੜੇ ਵਿੱਚ ਆਪਣੇ ਮਨ 'ਚ ਉਸਦੇ ਦਵੰਦ ਚੱਲ ਰਿਹਾ। ਐਸੇ ਦਵੰਦ ਵਿੱਚ ਉਸ ਦਾ ਆਖਰੀ ਫੈਸਲਾ ਇਹ ਹੁੰਦਾ ਹੈ ਇਸ ਸੁੱਤੀ ਰਾਣੀ ਨੂੰ ਮੈਂ ਛੱਡ ਕੇ, ਇਸ ਨੂੰ ਛੱਡ ਕੇ ਪਰੇ ਹੋ ਜਾਵਾਂ ਤਾਂ ਕਿ ਇਹ ਮੇਰੇ ਨਾਲ ਨਾ ਰਵੇ, ਕਿਸੇ ਤਰੀਕੇ ਆਪਣੇ ਪੇਕੇ ਘਰ ਪਹੁੰਚ ਜਾਵੇ, ਦੇਸ਼ ਪਹੁੰਚ ਜਾਵੇ ਵਿਦਰਭ ਦੇਸ਼, ਉੱਥੇ ਆਪਣੇ ਪੇਕਿਆਂ ਨਾਲ ਸੁਖਪੂਰਵਕ ਰਹੇ। ਕਿਉਂਕਿ ਮੈਨੂੰ ਦੇਸ਼ ਨਿਕਾਲਾ ਮਿਲਿਆ, ਆਪਣੇ ਮਾੜੀਆਂ ਆਦਤਾਂ ਕਰਕੇ ਮੈਂ ਦਮਯੰਤੀ ਦਾ ਕਹਿਣਾ ਨਹੀਂ ਮੰਨਿਆ, ਇਸ ਕਰਕੇ ਦਮਯੰਤੀ ਨੂੰ ਛੱਡਣਾ ਚਾਹੁੰਦਾ ਹੈ। ਉਸ ਘੂਕ ਸੁੱਤੀ ਦਮਯੰਤੀ ਨੂੰ ਧਰਮਸ਼ਾਲਾ ਛੱਡ ਕੇ ਰਾਜਾ ਨਲ ਉਸ ਦਾ ਤਿਆਗ ਕਰਕੇ ਨਿਕਲ ਜਾਂਦਾ। ਹੁਣ ਸਵੇਰੇ ਜਦੋਂ ਉਸ ਥੱਕੀ ਟੁੱਟੀ ਦਮਯੰਤੀ ਦੀ ਨੀਂਦ ਖੁੱਲਦੀ ਹੈ, ਉਸ ਦਾ ਮਨ ਬੜਾ ਤਰਾੜ ਬੜਾ ਬਹੁਤ ਜ਼ਿਆਦਾ ਦੁੱਖ ਵਿੱਚ ਟੁੱਟ ਜਾਂਦਾ ਹੈ। ਉਹ ਚੀਕਾਂ ਮਾਰਦੀ ਜੰਗਲ ਭਜਦੀ ਹੈ, ਰਾਜਾ ਨਲ ਨੂੰ ਲੱਭਦੀ ਹੈ, ਵਿਰਲਾਪ ਕਰਦੀ ਹੈ। ਐਸੇ ਸਮੇਂ ਧੱਕੇ ਖਾਂਦੀ ਨੂੰ ਇੱਕ ਰਾਹ 'ਚ ਅਜਗਰ ਮਿਲਦਾ ਹੈ। ਅਜਗਰ ਉਸ ਨੂੰ ਪੂਰੇ ਦਾ ਪੂਰੀ ਨਿਗਲਣਾ ਚਾਹੁੰਦਾ ਹੈ ਤੇ ਉਸ ਸਮੇਂ ਰੱਬ ਵੱਲੋਂ ਮਦਦ ਪਹੁੰਚਦੀ ਇੱਕ ਸ਼ਿਕਾਰੀ ਐਸੇ ਸਮੇਂ ਆ ਕੇ ਉਸ ਅਜਗਰ ਨੂੰ ਤਲਵਾਰ ਨਾਲ ਮਾਰਦਾ ਹੈ ਤੇ ਰਾਣੀ ਦਮਯੰਤੀ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹੈ। ਹੁਣ ਉਸ ਦੇ ਮਨ ਵਿੱਚ ਇਤਨੀ ਸੁੰਦਰ, ਇਤਨੀ ਰੂਪਮਤੀ, ਬੁੱਧੀਮਾਨ ਨਾਰੀ ਨੂੰ ਦੇਖ ਕੇ ਮਨ 'ਚ ਮੰਦੀ ਭਾਵਨਾ ਆ ਜਾਂਦੀ ਹੈ। ਉਹ ਉਸ ਅੱਗੇ ਪ੍ਰੇਮ ਦਾ ਇਜ਼ਹਾਰ ਕਰਦਾ ਹੈ, ਪਰੰਤੂ ਕਿਉਂਕਿ ਪਤੀਵ੍ਰਤਾ ਹੈ ਰਾਣੀ ਦਮਯੰਤੀ, ਉਹ ਬਹੁਤ ਉਸ ਵਿੱਚ ਬਲ ਆ ਜਾਂਦਾ, ਸ਼ਕਤੀ ਆ ਜਾਂਦੀ ਹੈ, ਉਹ ਸ਼ਿਕਾਰੀ ਦਾ ਅੰਤ ਕਰ ਦਿੰਦੀ ਹੈ। ਜੰਗਲਾਂ ਵਿੱਚ ਭਟਕਦੀ ਰਾਣੀ ਦਮਯੰਤੀ, ਜਿਸ ਨੂੰ ਰਿਖੀ ਮਿਲਦੇ ਨੇ, ਬੜੀ ਮਦਦ ਮਿਲਦੀ ਹੈ, ਉਸ ਨੂੰ ਚੇਦੀ ਰਾਜ ਵਿੱਚ ਪਹੁੰਚਾ ਦਿੰਦੇ ਨੇ। ਜਦੋਂ ਚੇਦੀ ਰਾਜ ਦੀ ਰਾਜਮਾਤਾ ਹੈ ਉਹ ਰਾਣੀ ਦਮਯੰਤੀ ਦੀ ਮਾਸੀ ਲੱਗਦੀ ਹੈ। ਸਾਰੀ ਹਾਲਾਤ ਦਾ ਜਦੋਂ ਪਤਾ ਲੱਗਦਾ ਉਸ ਨੂੰ ਆਪਣੇ ਕੋਲ ਰੱਖਦੀ ਹੈ, ਰਾਜਾ ਨਲ ਦੀ ਖਬਰ ਲੈਣ ਲਈ ਬੰਦੇ ਭੇਜਦੀ ਹੈ। ਰਾਜਾ ਨਲ ਬਾਰੇ ਪਤਾ ਨਹੀਂ ਕਿਉਂਕਿ ਉਹ ਭੇਸ ਬਦਲ ਕੇ ਕਿਤੇ ਹੋਰ ਪਹੁੰਚ ਜਾਂਦਾ, ਜਿਸ ਬਾਰੇ ਅਸੀਂ ਗੱਲ ਕਰਾਂਗੇ। ਹੁਣ ਜੋ ਰਾਣੀ ਦਮਯੰਤੀ ਹੈ ਉਸ ਨੂੰ ਚੇਦੀ ਰਾਜ ਦੀ ਰਾਜਮਾਤਾ ਜੋ ਵੱਡੀ ਰਾਣੀ ਹੈ ਉਹ ਉਸਦੇ ਪੇਕੇ ਘਰ ਦਾ ਮਤਲਬ ਹੈ ਰਾਜਾ ਭੀਮ ਸੈਨ ਕੋਲ ਵਿਦਰਭ ਦੇਸ਼ ਪਹੁੰਚਾ ਦਿੰਦੀ ਹੈ। ਇੱਥੇ ਉਹ ਆਪਣੇ ਪਿਆਰੇ ਪਤੀ ਦੀ ਯਾਦ ਵਿੱਚ ਤੜਪਦੀ ਹੈ, ਆਪਣੇ ਬੱਚਿਆਂ ਨਾਲ ਹੁੰਦੀ ਹੈ, ਪਰੰਤੂ ਉਸਦਾ ਧਿਆਨ ਆਪਣੇ ਰਾਜੇ ਨਲ ਵੱਲ ਰਹਿੰਦਾ ਹੈ। ਜਦੋਂ ਰਾਜਾ ਭੀਮ ਸੈਨ ਸਾਰੀ ਗੱਲ ਸੁਣਦਾ, ਸਟੋਰੀ ਸੁਣਦਾ, ਉਸਦੇ ਮਨ 'ਚ ਬੜਾ ਦੁੱਖ ਹੁੰਦਾ ਹੈ ਤੇ ਆਪਣੇ ਸਾਰੇ ਪੰਡਿਤ ਬ੍ਰਾਹਮਣ ਜੋ ਵੀ ਉਸਦੇ ਕਰਮਚਾਰੀ ਨੇ ਉਹਨਾਂ ਨੂੰ ਰਾਜੇ ਨਲ ਦੀ ਪਛਾਣ ਦੱਸ ਕੇ ਅਲੱਗ-ਅਲੱਗ ਦੇਸ਼ਾਂ 'ਚ ਢੂੰਡ ਲਈ ਭੇਜਦਾ ਹੈ। ਪਰੰਤੂ ਰਾਜੇ ਨਲ ਨੇ ਆਪਣੀ ਭੇਸ ਬਦਲ ਰਿਹਾ, ਭੁੱਖ ਦਾ ਮਾਰਾ ਭਟਕਦਾ, ਉਹ ਬਹੁਤ ਕਮਜ਼ੋਰ ਹੋ ਗਿਆ, ਉਸਦੇ ਕੇਸ ਵੱਧ ਗਏ ਨੇ, ਬੜਾ ਬੇਹਾਲ ਹੈ। ਔਰ ਐਸੇ ਸਮੇਂ ਰਾਜਾ ਨਲ ਭੇਸ ਬਦਲ ਕੇ ਰਾਜਾ ਰਿਤੂਪਰਣ ਕੋਲ ਚਲਾ ਜਾਂਦਾ। ਉਸ ਕੋਲ ਘੋੜੇ ਚਲਾਉਣ ਦੀ ਬਹੁਤ ਭਾਰੀ ਵਿੱਦਿਆ ਹੈ, ਉਹ ਪਲਾਂ ਵਿੱਚ ਹੀ ਕਿਤੇ ਨਾ ਕਿਤੇ ਪਹੁੰਚ ਸਕਦਾ ਘੋੜੇ ਚਲਾ ਕੇ, ਉਸ ਕੋਲ ਕਲਾ ਹੈਗੀ ਹੈ। ਇਸ ਕਰਕੇ ਉਹ ਰਾਜਾ ਰਿਤੂਪਰਣ ਕੋਲ ਸਾਰਥੀ ਬਣ ਕੇ ਰਹਿਣ ਲੱਗ ਪੈਂਦਾ ਹੈ। ਥੋੜਾ ਸਮਾਂ ਬੀਤਦਾ ਹੈ, ਜਿਹੜਾ ਰਾਜਾ ਭੀਮ ਸੈਨ ਦਾ ਬ੍ਰਾਹਮਣ ਹੈ, ਜਿਹੜਾ ਕਿ ਉਸ ਨਲ ਨੂੰ ਖੋਜਦੇ ਉਸ ਦੇਸ਼ ਵਿੱਚ ਪਹੁੰਚਦਾ ਹੈ। ਉਸ ਦੇਸ਼ ਵਿੱਚ ਜਦੋਂ ਉਹ ਉਸ ਨਾਲ ਗੱਲਬਾਤ ਕਰਦਾ ਹੈ ਉਸ ਨੂੰ ਸ਼ੱਕ ਹੋ ਜਾਂਦਾ ਹੈ। ਹੁਣ ਉਹ ਪਛਾਣ ਜਾਂਦਾ ਹੈ ਕਿਉਂਕਿ ਸਹੀ ਸੂਰਤ ਤੇ ਨਹੀਂ ਹੈ, ਕਿਉਂਕਿ ਇਸਦੇ ਹਾਲਾਤ ਬੜੇ ਮਾਰੇ ਨੇ, ਬੜਾ ਕਮਜ਼ੋਰ ਹੋ ਗਿਆ, ਬੜਾ ਸ਼ਿਥਿਲ ਹੋ ਗਿਆ, ਬੜਾ ਬਹੁਤ ਜ਼ਿਆਦਾ ਆਪਣੇ ਹਾਲਾਤ ਤੋਂ ਡਿੱਗ ਗਿਆ। ਇਸ ਕਰਕੇ ਉਸ ਨੂੰ ਪਛਾਣ ਜਾਂਦਾ ਹੈ ਔਰ ਉਸਦੇ ਨਾਲ ਗੱਲ ਨਹੀਂ ਕਰਦਾ ਔਰ ਸਿੱਧਾ ਜਾ ਕੇ ਰਾਜਾ ਭੀਮ ਸੈਨ ਨੂੰ ਖਬਰ ਦਿੰਦਾ ਹੈ। ਹੁਣ ਜਦੋਂ ਭੀਮ ਸੈਨ ਨੂੰ ਖਬਰ ਦਿੰਦਾ ਹੈ, ਕਿਉਂਕਿ ਰਾਣੀ ਦਮਯੰਤੀ ਬਹੁਤ ਸੂਝਵਾਨ ਹੈ,
ਆਪਣੇ ਪਤੀ ਨੂੰ ਕਿੱਦਾਂ ਬੁਲਾਏ, ਉਹਦੇ ਲਈ ਫਿਰ ਉਹ ਇੱਕ ਟ੍ਰਿਕ, ਇੱਕ ਚਾਲ ਚੱਲਦੀ ਹੈ। ਉਹ ਦੁਬਾਰਾ ਆਪਣੇ ਸਵੰਬਰ ਦਾ ਸੁਨੇਹਾ ਜਿਹੜਾ ਨਾ ਉਹ ਮੁਨਿਆਦੀ ਨਹੀਂ ਕਰਦੀ। ਇਸ ਸਮੇਂ ਸਿਰਫ ਉਹ ਰਾਜਾ ਰਿਤੂਪਰਣ ਨੂੰ ਮੈਸੇਜ ਭੇਜਦੀ ਹੈ, ਉਸ ਨੂੰ ਇਨਵਾਈਟ, ਉਸ ਨੂੰ ਆਮੰਤਰਿਤ ਕੀਤਾ ਜਾਂਦਾ ਹੈ ਕਿ ਰਾਣੀ ਦਮਯੰਤੀ ਦਾ ਬਹੁਤ ਸੁੰਦਰ ਧਰਤੀ ਦੀ ਰਾਜਕੁਮਾਰੀ ਹੈ, ਉਸ ਦਾ ਦੁਬਾਰਾ ਵਿਆਹ ਹੋਣ ਵਾਲਾ ਹੈ, ਤੁਸੀਂ ਪਹੁੰਚੋ। ਪਰ ਕਦੋਂ? ਇੱਕ ਦਿਨ, ਬਸ ਸਿਰਫ ਇੱਕ ਦਿਨ ਦਾ ਵਕਫਾ, ਇੱਕ ਦਿਨ ਦਾ ਗੈਪ ਰਾਜੇ ਰਿਤੂਪਰਣ ਕੋਲ ਮੈਸੇਜ ਦੇ ਤੌਰ ਤੇ ਪਹੁੰਚਦਾ ਹੈ ਵੀ ਜੇ ਤੁਸੀਂ ਰਾਣੀ ਨਾਲ ਵਿਆਹ ਕਰਨਾ ਹੈ, ਜਿਹੜੀ ਬੜੀ ਸੁੰਦਰ ਰਾਜਕੁਮਾਰੀ ਹੈ, ਬੜੀ ਰੂਪਮਤੀ ਹੈ, ਬੜੀ ਬੁੱਧੀਮਾਨ ਹੈ, ਐਸੀ ਰਾਜਕੁਮਾਰੀ ਨਾਲ ਵਿਆਹ ਕਰਨ ਪਹੁੰਚੋ। ਪਰ ਇੱਕ ਦਿਨ ਦਾ ਸਮਾਂ। ਹੁਣ ਉਹ ਜੋ ਸਮਾਂ ਰਾਜੇ ਨਲ ਨੂੰ ਪਛਾਣਨ ਵਾਸਤੇ ਦਿੱਤਾ ਹੈ, ਪਤਾ ਹੈ ਵੀ ਇਹ ਜੋ ਸਾਰਥੀ ਉਸਦੇ ਘੁੜਸਾਲ ਵਿੱਚ ਹੈ, ਸਿਰਫ ਇਹ ਰਾਜਾ ਨਲ ਹੈ। ਇੱਕ ਸਮੇਂ ਵਿੱਚ ਇਤਨਾ ਲੰਬਾ ਸਮਾਂ ਜਿਹੜਾ, ਇਤਨਾ ਲੰਬਾ ਸਫ਼ਰ ਹੈ, ਸਿਰਫ ਇਹੀ ਬੰਦਾ ਜਿਹੜਾ ਉਸ ਨੂੰ ਪੂਰਾ ਕਰ ਸਕਦਾ ਹੈ। ਐਸੇ ਸਮੇਂ ਜੋ ਰਾਜਾ ਨਲ ਹੈ ਰਾਜੇ ਨੂੰ ਵਚਨ ਦਿੰਦਾ ਹੈ ਰਾਜਾ ਰਿਤੂਪਰਣ ਨੂੰ ਕਿ ਮੈਂ ਤੈਨੂੰ ਸਮੇਂ ਤੇ ਪਹੁੰਚਾਵਾਂਗਾ। ਬੜੀ ਤੇਜ਼ ਰਫ਼ਤਾਰ ਨਾਲ ਤੁਰਦਾ ਹੈ। ਰਾਜਾ ਰਿਤੂਪਰਣ ਬੜਾ ਪ੍ਰਭਾਵਿਤ ਹੁੰਦਾ ਹੈ। ਉਹ ਕਹਿੰਦਾ ਮੈਨੂੰ ਇਹ ਕਲਾ ਸਿਖਾ। ਹਜੇ ਰਾਜਾ ਨਲ ਨੇ ਆਪਣਾ ਭੇਦ ਨਹੀਂ ਦੱਸਿਆ। ਕਹਿੰਦਾ ਮੈਨੂੰ ਕਲਾ ਸਿਖਾ। ਕਹਿੰਦਾ ਤੈਨੂੰ ਜੂਆ ਖੇਲਣ ਦੀ ਕਲਾ ਆਉਂਦੀ ਹੈ। ਰਾਜਾ ਪ੍ਰਵਾਨ ਕਰ ਲੈਂਦਾ, ਉਸ ਨੂੰ ਜੂਆ ਖੇਲਣਾ ਸਿਖਾ ਦਿੰਦਾ, ਰਸਤੇ ਵਿੱਚ ਸਾਰੀਆਂ ਕਲਾਵਾਂ, ਸਾਰੇ ਗੁਰ ਸਿਖਾ ਦਿੰਦਾ। ਉਧਰੋਂ ਜਿਹੜਾ ਰਾਜਾ ਨਲ ਹੈ ਉਹ ਰਾਜੇ ਰਿਤੂਪਰਣ ਨੂੰ ਸਾਰੀ ਜਿਹੜੀਆਂ ਗੁਣ ਦੱਸ ਦਿੰਦਾ ਹੈ ਤੇ ਰਾਜਾ ਬੜਾ ਪ੍ਰਭਾਵਿਤ ਹੋ ਜਾਂਦਾ ਹੈ। ਐਸੇ ਸਮੇਂ ਬਿਲਕੁਲ ਸਮੇਂ ਸਿਰ ਰਾਜਾ ਰਿਤੂਪਰਣ ਰਾਜਾ ਨਲ ਪਹੁੰਚ ਜਾਂਦੇ ਹੈ। ਐਸੇ ਸਮੇਂ ਜੋ ਰਾਣੀ ਦਮਯੰਤੀ ਹੈ, ਰਾਜਕੁਮਾਰੀ ਦਮਯੰਤੀ ਹੈ, ਆਪਣੀ ਦਾਸੀ ਰਾਹੀਂ ਉਸ ਰਾਜੇ ਨਲ ਜਿਸ ਨੂੰ ਕੋਈ ਪਛਾਣ ਨਹੀਂ ਸਕਦਾ, ਜੋ ਬੜਾ ਬੇਹਾਲ ਹੈ, ਉਸ ਨਾਲ ਸੰਪਰਕ ਕਰਦੀ ਹੈ। ਰਾਜਾ ਨਲ ਬੜਾ ਉਦਾਸ ਹੈ ਕਿਉਂਕਿ ਉਸੇ ਦੀ ਆਪਣੀ ਰਾਣੀ ਜਿਸ ਨਾਲ ਉਸਦਾ ਵਿਆਹ ਹੋਇਆ ਉਹ ਦੁਬਾਰਾ ਸੰਪਰਕ ਕਰ ਰਹੀ ਹੈ। ਪਰੰਤੂ ਜਦੋਂ ਉਸ ਰਾਜੇ ਨਲ ਨੂੰ ਪਤਾ ਲੱਗਦਾ ਹੈ ਵੀ ਜੋ ਸਾਰੀ ਵਿਉਂਤ ਹੈ, ਸਾਰੀ ਜੋ ਟ੍ਰਿਕ ਹੈ ਉਸੇ ਨੂੰ ਪਛਾਣਨ ਵਾਸਤੇ ਰਚੀ ਗਈ ਹੈ, ਸਿਰਫ ਇੱਕ ਰਾਜੇ ਰਿਤੂਪਰਣ ਨੂੰ ਮੈਸੇਜ ਭੇਜਿਆ ਗਿਆ, ਉਹ ਬੜਾ ਖੁਸ਼ ਹੁੰਦਾ ਹੈ। ਰਾਣੀ ਦੀ ਬੁੱਧੀਮਤਾ ਦੇਖ ਕੇ ਜਦੋਂ ਪ੍ਰਭਾਵਿਤ ਹੁੰਦਾ ਹੈ, ਦੋਨਾਂ ਦਾ ਮਿਲਾਪ ਹੋ ਜਾਂਦਾ ਹੈ। ਜੋ ਰਾਜਾ ਭੀਮਸੈਨ ਹੈ ਬੜੇ ਸਮਾਰੋਹ ਕਰਾਉਂਦਾ ਹੈ। ਰਾਜਾ ਨਲ, ਰਾਣੀ ਦਮਯੰਤੀ, ਬੱਚਿਆਂ ਦਾ ਮਿਲਾਪ ਹੋ ਜਾਂਦਾ ਹੈ, ਸਾਰੇ ਪਾਸੇ ਖੁਸ਼ੀਆਂ ਫੈਲ ਜਾਂਦੀਆਂ ਨੇ, ਬੜੇ ਸਮਾਰੋਹ ਹੁੰਦੇ ਹੈ। ਐਸੇ ਸਮੇਂ ਜੋ ਰਾਜਾ ਨਲ ਹੈ, ਕਿਉਂਕਿ ਉਸਨੇ ਇਸ ਰਾਜਾ ਰਿਤੂਪਰਣ ਕੋਲੋਂ ਗੁਰ ਸਿੱਖ ਲਿਆ ਜੂਏ ਵਿੱਚ ਜਿੱਤਣ ਦੇ, ਇਸ ਕਰਕੇ ਚੈਲੰਜ ਕਰਦਾ ਹੈ ਪੁਸ਼ਕਰ ਨੂੰ। ਪੁਸ਼ਕਰ ਨਾਲ ਜਦੋਂ ਜੂਆ ਖੇਲਦਾ ਹੈ ਤੇ ਪੁਸ਼ਕਰ ਜਿਹੜਾ ਹੈ ਨਾ ਉਹ ਹਾਰ ਜਾਂਦਾ ਹੈ ਔਰ ਰਾਜਾ ਨਲ ਦੀ ਜਿੱਤ ਹੋ ਜਾਂਦੀ ਹੈ। ਪਰੰਤੂ ਕਿਉਂਕਿ ਰਾਜਾ ਇੱਕ ਨੇਕ ਹੈ, ਰਾਜਾ ਤੇਜਸਵੀ ਹੈ, ਗੁਣਵਾਨ ਹੈ, ਸੁੰਦਰ ਹੈ, ਬਲਵਾਨ ਹੈ, ਬਹੁਤ ਗੁਣਾਂ ਦਾ ਮਾਲਕ ਹੈ, ਇਸ ਕਰਕੇ ਆਪਣੇ ਭਰਾ ਨੂੰ ਖਿਮਾ ਕਰ ਦਿੰਦਾ ਹੈ, ਮੁਆਫ ਕਰ ਦਿੰਦਾ ਹੈ, ਉਸ ਨੂੰ ਉਸਦਾ ਰਾਜ ਵੀ ਵਾਪਸ ਕਰ ਦਿੰਦਾ ਹੈ। ਐਸੇ ਸਮੇਂ ਜੋ ਸਟੋਰੀ ਹੈ, ਜੋ ਕਥਾ ਹੈ, ਇਹ ਜੋ ਮਿਥ ਕਥਾ ਹੈ, ਇਹ ਸੁਖ ਅੰਤ ਯਾਨੀ ਸੁਖਾਂਤ ਵਿੱਚ, ਸੁਖ ਭਰੇ ਅੰਤ ਵਿੱਚ ਐਂਡ ਹੋ ਜਾਂਦੀ ਹੈ। ਇਸ ਕਥਾ ਨੂੰ ਸੁਣ ਕੇ ਜੋ ਯੁਧਿਸ਼ਟਰ ਹੈ ਉਸ ਦੇ ਮਨ ਵਿੱਚ ਆਪਣੀ ਉਸ ਗਲਤੀ ਬਾਰੇ ਜੋ ਪਛਤਾਪ ਹੈ ਦੂਰ ਹੋ ਜਾਂਦਾ ਹੈ ਤੇ ਜੋ ਰਾਜਾ ਯੁਧਿਸ਼ਟਰ ਹੈ ਉਹ ਆਪਣੇ ਆਪ 'ਚ ਸੁਰਖਰੂ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਕਥਾ, ਇਸ ਦਾ ਪ੍ਰਭਾਵ ਇਸ ਰਾਜੇ ਯੁਧਿਸ਼ਟਰ ਦੇ ਮਨ ਤੇ ਪੈਂਦਾ ਹੈ, ਜਿਸ ਨੂੰ ਬ੍ਰਹਦਿਸ਼ਵ ਜਿਹੜਾ ਹੈ ਰਾਜਾ ਨਲ ਔਰ ਰਾਣੀ ਦਮਯੰਤੀ ਦੀ ਕਥਾ ਸੁਣਾ ਕੇ ਉਸ ਦੇ ਮਨ ਨੂੰ, ਉਸ ਦੇ ਚਿੱਤ ਨੂੰ ਪ੍ਰਸੰਨ ਕਰ ਦਿੰਦਾ ਹੈ। ਲਓ ਜੀ, ਅਸੀਂ ਕਰ ਰਹੇ ਹਾਂ ਪ੍ਰਸ਼ਨ ਉੱਤਰ। 8ਵਾਂ ਪ੍ਰਸ਼ਨ ਹੈ ਜਿਹੜਾ ਇਸ ਮਿਥ ਕਥਾ ਨਾਲ ਰਿਲੇਟਿਡ ਹੈ, ਸੰਬੰਧਿਤ ਹੈ। ਰਾਜਾ ਨਲ ਤੇ ਦਮਯੰਤੀ ਵਿੱਚ ਕਿਹੜੇ ਗੁਣ ਸਨ? ਅਸੀਂ ਪੜ੍ਹ ਚੁੱਕੇ ਹਾਂ ਵੀ ਜੋ ਰਾਜਕੁਮਾਰ ਨਲ ਹੈ ਉਹ ਬੜਾ ਤੇਜਸਵੀ ਹੈ, ਬੜਾ ਗੁਣਵਾਨ ਹੈ, ਬੜਾ ਸੁੰਦਰ ਹੈ, ਬਲਵਾਨ ਹੈ ਔਰ ਉਸ ਵਿੱਚ ਘੋੜਿਆਂ ਨੂੰ ਤੇਜ਼ ਦੌੜਾਉਣ ਦਾ ਬਹੁਤ ਭਾਰੀ ਗੁਣ ਹੈ, ਬਹੁਤ ਦੁਰਲਭ ਗੁਣ ਹੈ। ਫਿਰ ਅਸੀਂ ਕਰਾਂਗੇ ਰਾਜਾ ਭੀਮਸੈਨ ਦੀ ਰਾਜਕੁਮਾਰੀ ਜੋ ਦਮਯੰਤੀ ਹੈ ਬੜੀ ਰੂਪਮਤੀ ਹੈ, ਬੁੱਧੀਮਾਨ ਹੈ ਔਰ ਅਨੇਕਾਂ ਗੁਣਾਂ ਦੀ ਧਾਰਨੀ ਹੈ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਨਲ ਤੋਂ ਵਿਛੜ ਕੇ ਦਮਯੰਤੀ ਨਾਲ ਕੀ ਕੁਝ ਵਾਪਰਦਾ? 9ਵਾਂ ਪ੍ਰਸ਼ਨ ਹੈ। 11ਵਾਂ ਪ੍ਰਸ਼ਨ ਫਿਰ ਦੁਬਾਰਾ ਆਉਂਦਾ ਹੈ, ਨਲ ਨਾਲ ਵਿਛੜਨ ਤੋਂ ਬਾਅਦ ਦਮਯੰਤੀ ਨਾਲ ਕਿਹੜੀ ਘਟਨਾ ਵਾਪਰਦੀ ਹੈ? ਅਸੀਂ ਦੋਹਾਂ ਨੂੰ ਇੱਕੋ ਉੱਤਰ ਲਿਖਦੇ ਹਾਂ ਵੀ ਇੱਥੇ ਲਿਖਿਆ ਨਲ ਤੋਂ ਵਿਛੜ ਕੇ ਜਦੋਂ ਰੋਂਦੀ ਕੁਰਲਾਉਂਦੀ ਵਿਰਲਾਪ ਕਰਦੀ ਦਮਯੰਤੀ ਜੰਗਲ ਵਿੱਚ ਪਹੁੰਚਦੀ ਹੈ ਤਾਂ ਇੱਕ ਅਜਗਰ ਉਸ ਨੂੰ ਪੈਰਾਂ ਵੱਲੋਂ ਨਿਗਲਣ ਦੀ ਕੋਸ਼ਿਸ਼ ਕਰਦਾ ਹੈ। ਉਸ ਸਮੇਂ ਇੱਕ ਸ਼ਿਕਾਰੀ ਪਹੁੰਚਦਾ ਹੈ, ਤਲਵਾਰ ਨਾਲ ਉਸ ਅਜਗਰ ਨੂੰ ਮਾਰ ਦਿੰਦਾ ਹੈ। ਪਰੰਤੂ ਸੁੰਦਰ ਦਮਯੰਤੀ ਨੂੰ ਦੇਖ ਕੇ ਉਸਦੇ ਮਨ ਵਿੱਚ ਮੰਦੀ ਭਾਵਨਾ ਆ ਜਾਂਦੀ ਹੈ। ਪਰੰਤੂ ਉਸ ਸਮੇਂ ਦਮਯੰਤੀ ਵਿੱਚ ਸ਼ਕਤੀ ਆ ਜਾਂਦੀ ਹੈ। ਰਾਣੀ ਦਮਯੰਤੀ ਜੋਸ਼ ਵਿੱਚ ਆ ਕੇ ਉਸ ਸ਼ਿਕਾਰੀ ਦਾ ਅੰਤ ਕਰਨ ਦੇ ਉਸ ਨੂੰ ਮਾਰ ਦਿੰਦੀ ਹੈ। ਉਸ ਤੋਂ ਬਾਅਦ ਮੁਸਾਫਰਾਂ ਦੇ ਇੱਕ ਜੱਥੇ ਨਾਲ ਕਸ਼ਟ ਚਲਦੀ ਚੇਦੀ ਰਾਜ ਪਹੁੰਚ ਜਾਂਦੀ ਜਿੱਥੇ ਉਸਦੀ ਮਾਸੀ ਰਾਜਮਾਤਾ ਹੈ। 10ਵਾਂ ਪ੍ਰਸ਼ਨ ਹੈ ਸਾਡੇ ਕੋਲ, ਨਲ ਤੇ ਦਮਯੰਤੀ ਇੱਕ ਦੂਜੇ ਤੋਂ ਕਿੱਦਾਂ ਵਿਛੜਦੇ ਨੇ? ਜਦੋਂ
ਰਾਜਾ ਨਲ ਆਪਣੇ ਭਰਾ ਪੁਸ਼ਕਰ ਨਾਲ ਜੂਆ ਖੇਡਦਾ ਹੈ ਤਾਂ ਉਸ ਕਲਯੁਗ ਦੇ ਪ੍ਰਭਾਵ ਵਿੱਚ ਉਹ ਲਗਾਤਾਰ ਜੂਆ ਹਾਰਦਾ ਜਾਂਦਾ ਹੈ। ਰਾਜਾ ਪੁਸ਼ਕਰ ਜਿਹੜਾ ਹੈ ਨਾ, ਉਸਦਾ ਭਰਾ ਹੈ, ਉਸ ਕੋਲੋਂ ਸਾਰਾ ਕੁਝ ਖੋਹ ਲੈਂਦਾ ਹੈ। ਉਹਨਾਂ ਨੂੰ ਬਿਲਕੁਲ ਖਾਲੀ ਹੱਥ ਕਰਕੇ ਦੇਸ਼ ਨਿਕਾਲਾ ਦੇ ਦਿੰਦਾ ਹੈ। ਜੰਗਲ ਵਿੱਚ ਭਟਕਦੇ ਭਟਕਦੇ ਭੁੱਖਣ ਪਾਣੀ ਉਹ ਇੱਕ ਸ਼ਾਮ ਧਰਮਸ਼ਾਲਾ ਪਹੁੰਚਦੇ ਨੇ। ਉੱਥੇ ਬਹੁਤ ਥਕੇਵੇਂ ਔਰ ਨੀਂਦ ਕਰਕੇ ਰਾਣੀ ਦਮਯੰਤੀ ਬੜੀ ਘੂਕ ਸੋ ਜਾਂਦੀ ਹੈ। ਰਾਜਾ ਨਲ ਨੂੰ ਨੀਂਦ ਨਹੀਂ ਆਉਂਦੀ। ਉਹ ਰਸਤੇ ਵਿੱਚ ਆਉਣ ਵਾਲੇ ਦੁੱਖਾਂ ਵਿੱਚ ਰਾਣੀ ਦਮਯੰਤੀ ਬਾਰੇ ਸੋਚਦਾ ਹੈ। ਫਿਰ ਉਹ ਇਹੀ ਸੋਚਦਾ ਹੈ ਕਿ ਮੈਂ ਰਾਣੀ ਦਮਯੰਤੀ ਨੂੰ ਛੱਡ ਦਾਂ ਤਾਂ ਜੋ ਅੱਗੇ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਤੋਂ ਰਾਣੀ ਦਮਯੰਤੀ ਬਚ ਜਾਵੇ। ਇਸ ਤਰ੍ਹਾਂ ਰਾਜਾ ਨਲ ਉਹ ਸੁੱਤੀ ਹੋਈ ਦਮਯੰਤੀ ਨੂੰ ਛੱਡ ਕੇ ਕਿਤੇ ਦੂਰ ਨਿਕਲ ਜਾਂਦਾ ਹੈ। 11ਵਾਂ ਪ੍ਰਸ਼ਨ ਮੈਂ ਤੁਹਾਨੂੰ ਦੱਸਿਆ ਵੀ ਜੋ ਅਸੀਂ ਕੀਤਾ ਸੀ, ਰਾਜਾ ਨਲ ਨਾਲੋਂ ਵਿਛੜਨ ਤੋਂ ਬਾਅਦ ਦਮਯੰਤੀ ਨਾਲ ਕਿਹੜੀ ਘਟਨਾ ਵਾਪਰਦੀ ਹੈ। ਜਦੋਂ ਜੰਗਲ 'ਚ ਰੋਂਦੀ ਕੁਰਲਾਉਂਦੀ ਵਿਰਲਾਪ ਕਰ ਲਈ ਜਾਂਦੀ ਹੈ ਤਾਂ ਰਸਤੇ ਵਿੱਚ ਇੱਕ ਅਜਗਰ ਮਿਲਦਾ ਹੈ, ਉਸ ਨੂੰ ਨਿਗਲਣ ਦੀ ਕੋਸ਼ਿਸ਼ ਕਰਦਾ ਹੈ। ਉਸ ਤੋਂ ਬਾਅਦ ਇੱਕ ਸ਼ਿਕਾਰੀ ਉਸ ਅਜਗਰ ਨੂੰ ਮਾਰ ਕੇ ਦਮਯੰਤੀ ਨੂੰ ਆਪਣੇ ਨਾਲ ਖੜਨ ਦੀ ਕੋਸ਼ਿਸ਼ ਕਰਦਾ ਹੈ। ਮਨ 'ਚ ਮੰਦੀ ਭਾਵਨਾ ਆ ਜਾਂਦੀ ਹੈ, ਪਰੰਤੂ ਆਪਣੇ ਤਾਕਤ ਕਰਕੇ ਰਾਣੀ ਦਮਯੰਤੀ ਸੂਝ-ਬੂਝ ਨਾਲ ਉਸ ਸ਼ਿਕਾਰੀ ਦਾ ਅੰਤ ਕਰ ਦਿੰਦੀ ਹੈ। ਫਿਰ ਉਹ ਰੋਂਦੀ ਕੁਰਲਾਉਂਦੀ ਰਾਹ ਪੁੱਛਦੀ ਇੱਕ ਮੁਸਾਫਰਾਂ ਦੇ ਜੱਥੇ ਨਾਲ ਚੇਦੀ ਰਾਜ ਵਿੱਚ ਪਹੁੰਚ ਜਾਂਦੀ ਹੈ। ਲਓ ਜੀ, 12ਵਾਂ ਪ੍ਰਸ਼ਨ ਹੈ, ਨਲ ਅਤੇ ਦਮਯੰਤੀ ਦਾ ਵਿਆਹ ਕਿੱਦਾਂ ਹੁੰਦਾ ਹੈ। ਜਦੋਂ ਰਾਜਕੁਮਾਰੀ ਦਮਯੰਤੀ ਵਿਆਹ ਲਾਇਕ ਹੁੰਦੀ ਹੈ ਤਾਂ ਰਾਜਾ ਭੀਮਸੈਨ ਉਸ ਦਾ ਸੰਬਰ ਰਚਦੇ ਨੇ। ਦੂਰ ਦੁਰੇੜੇ ਤੋਂ ਰਾਜੇ ਆਉਂਦੇ ਨੇ, ਰਾਜਕੁਮਾਰ ਆਉਂਦੇ ਨੇ ਤੇ ਐਸੇ ਸਮੇਂ ਉਸ ਰਾਜਕੁਮਾਰੀ ਦਮਯੰਤੀ ਨਾਲ ਵਿਆਹ ਕਰਦੇ ਚਾਹਵਾਨ ਦੇਵਤੇ ਵੀ ਆ ਜਾਂਦੇ ਨੇ। ਰਾਣੀ ਦਮਯੰਤੀ ਰਾਜੇ ਨਲ ਨੂੰ ਆਪਣਾ ਪਤੀ ਪਹਿਲੇ ਤੋਂ ਮੰਨ ਚੁੱਕੇ। ਇਸ ਗੱਲ ਦਾ ਵਿਚਾਰ ਜਦੋਂ ਦੇਵਤਿਆਂ ਨੂੰ ਪਤਾ ਲੱਗਦਾ ਹੈ ਤਾਂ ਉਹ ਸਾਰੇ ਰਾਜੇ ਨਲ ਦਾ ਰੂਪ ਧਾਰ ਕੇ ਸੰਬਰ ਵਿੱਚ ਪਹੁੰਚ ਜਾਂਦੇ ਨੇ। ਪਰੰਤੂ ਉਹ ਬੁੱਧੀਮਤੀ ਜੋ ਰਾਜਕੁਮਾਰੀ ਹੈ ਉਹ ਧਿਆਨ ਦਿੰਦੀ ਹੈ ਕਿ ਜੋ ਦੇਵਤੇ ਨੇ ਉਹਨਾਂ ਨੂੰ ਮੁੜਕਾ ਨਹੀਂ ਆਉਂਦਾ, ਪਲਕਾਂ ਨਹੀਂ ਝਪਕਦੇ, ਧਰਤੀ ਦੇ ਪੈਰ ਨਹੀਂ ਲੱਗਦੇ, ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਇਸ ਆਧਾਰ ਤੇ ਉਹ ਸੈਂਕੜੇ ਜਾਂ ਬਹੁਤ ਸਾਰੇ ਦੇਵਤਿਆਂ 'ਚ ਬੈਠੇ ਇੱਕ ਨਲ ਨੂੰ ਪਛਾਣ ਕੇ ਰਾਜੇ ਨਲ ਦੇ ਗਲੇ ਵਿੱਚ ਵਰਮਾਲਾ ਪਾ ਕੇ ਉਸ ਨੂੰ ਆਪਣਾ ਪਤੀ ਚੁਣ ਕੇ ਉਸ ਨਾਲ ਵਿਆਹ ਕਰ ਲੈਂਦੀ। ਇਸ ਤਰ੍ਹਾਂ ਦੋਹਾਂ ਦਾ ਵਿਆਹ ਹੋ ਜਾਂਦਾ ਹੈ। ਉਸ ਤੋਂ ਬਾਅਦ ਪ੍ਰਸ਼ਨ ਹੈ 13ਵਾਂ, ਨਲ ਤੇ ਦਮਯੰਤੀ ਦਾ ਪੁਨਰ ਮੇਲ ਕਿਵੇਂ ਹੁੰਦਾ ਹੈ। ਚੇਦੀ ਰਾਜ ਵਿੱਚ ਜਦੋਂ ਰਾਜਕੁਮਾਰੀ ਜਾਂ ਰਾਣੀ ਦਮਯੰਤੀ ਪਹੁੰਚਦੀ ਹੈ, ਉੱਥੇ ਜੋ ਰਾਜਮਾਤਾ ਉਸ ਦੀ ਮਾਸੀ ਹੈ, ਮਾਸੀ ਉਸ ਨੂੰ ਸਹੀ ਸਲਾਮਤ ਉਸ ਦੇ ਪਿਤਾ ਰਾਜਾ ਭੀਮ ਦੀ ਰਾਜਧਾਨੀ ਵਿਦਰਭ ਦੇਸ਼ ਪਹੁੰਚਾ ਦਿੰਦੀ ਹੈ, ਜਿੱਥੇ ਰਾਜੇ ਨੂੰ ਸਾਰੀ ਗੱਲ ਦਾ ਪਤਾ ਲੱਗਦਾ ਹੈ। ਉਹ ਬੜੇ ਸੂਝਵਾਨ ਬ੍ਰਾਹਮਣ ਹਰ ਦੇਸ਼ ਵਿੱਚ ਭੇਜਦਾ ਹੈ ਤਾਂ ਜੋ ਰਾਜੇ ਨਲ ਦੇ ਬਾਰੇ ਯਾਨੀ ਸੂਚਨਾ ਕੱਢੀ ਜਾ ਸਕੇ। ਹੁਣ ਇੱਕ ਬ੍ਰਾਹਮਣ ਰਾਜਾ ਰਿਤੂਪਰਨ ਦੇ ਦੇਸ਼ ਪਹੁੰਚਦਾ ਹੈ, ਉਸ ਨੂੰ ਰਾਜੇ ਨਲ ਤੇ ਸ਼ੱਕ ਹੁੰਦਾ ਹੈ। ਇਹ ਸਾਰੀ ਗੱਲ ਦਾ ਹਵਾਲਾ ਹੋ ਜਾ ਕੇ ਉਸ ਰਾਣੀ ਦਮਯੰਤੀ ਨੂੰ ਦਿੰਦਾ ਹੈ। ਰਾਣੀ ਦਮਯੰਤੀ ਇੱਕ ਤਰ੍ਹਾਂ ਦਾ ਇੱਕ ਨਾਟਕ ਰਚਦੀ ਹੈ ਜਿਸ ਵਿੱਚ ਉਹ ਆਪਣਾ ਸਵੰਬਰ ਦੁਬਾਰਾ ਰਚਣ ਦੀ ਗੱਲ ਕਰਦੀ ਹੈ। ਇੱਕ ਦਿਨ ਦਾ ਸਮਾਂ ਰਾਜਾ ਰਿਤੂਪਰਨ ਨੂੰ ਸਿਰਫ ਸੁਨੇਹਾ ਭੇਜਿਆ ਜਾਂਦਾ ਹੈ। ਰਾਜਾ ਰਿਤੂਪਰਨ ਨਹੀਂ ਪਹੁੰਚ ਸਕਦਾ, ਪਰੰਤੂ ਜੋ ਉਸਦਾ ਸਾਰਥੀ ਬਣਿਆ ਰਾਜਾ ਨਲ ਹੈ ਉਹ ਵਚਨ ਦਿੰਦਾ ਹੈ ਵੀ ਸਮੇਂ ਤੋਂ ਪਹਿਲੇ ਤੈਨੂੰ ਪਹੁੰਚਾ ਦੇਵਾਂਗਾ। ਐਸੇ ਸਮੇਂ ਰਾਜਾ ਨਲ ਆਪਣੇ ਉਸ ਗੁਣ ਕਰਕੇ ਤੇਜ਼ ਰਫ਼ਤਾਰ ਘੁੜਸਵਾਰੀ ਕਰਕੇ ਰਾਜਾ ਰਿਤੂਪਰਨ ਨੂੰ ਪਹੁੰਚਾ ਦਿੰਦਾ ਹੈ। ਪਰੰਤੂ ਉੱਥੇ ਫਿਰ ਇੱਕ ਦਾਸੀ ਰਾਹੀਂ ਰਾਜਾ ਨਲ ਰਾਣੀ ਦਮਯੰਤੀ ਦਾ ਮਿਲਾਪ ਹੁੰਦਾ ਹੈ, ਆਪਸ ਵਿੱਚ ਮਿਲਦੇ ਨੇ, ਖੁਸ਼ੀਆਂ ਮਨਾਈ ਜਾਂਦੇ ਨੇ, ਵਿਛੜਿਆ ਹੋਇਆ ਪੂਰਾ ਪਰਿਵਾਰ ਉਸ ਜਗ੍ਹਾ ਤੇ ਮਿਲ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਨਲ, ਇਹ 14ਵਾਂ 14th ਕੁਐਸਚਨ ਹੈ, ਨਲ ਆਪਣੇ ਭਰਾ ਪੁਸ਼ਕਰ ਨਾਲ ਕਿਵੇਂ ਵੱਖਰਾ ਹੈ। ਅਸੀਂ ਕਹਾਂਗੇ ਰਾਜਾ ਨਲ ਆਪਣੇ ਭਰਾ ਵਰਗਾ ਪੁਸ਼ਕਰ ਵਰਗਾ ਦੁਸ਼ਟ ਨਹੀਂ ਹੈ। ਜਦੋਂ ਉਹ ਦੁਬਾਰਾ ਰਿਤੂਪਰਨ ਕੋਲੋਂ ਸਿੱਖੇ ਹੋਏ ਗੁਰਾਂ ਦੇ ਆਧਾਰ ਤੇ, ਗੁਰਾਂ ਦਾ ਮਤਲਬ ਤਰੀਕਿਆਂ ਦੇ ਆਧਾਰ ਤੇ ਆਪਣੇ ਭਰਾ ਪੁਸ਼ਕਰ ਨੂੰ ਹਰਾ ਦਿੰਦਾ ਹੈ ਤੇ ਅਖੀਰ ਵਿੱਚ ਆਪਣੇ ਭਰਾ ਨੂੰ ਮੁਆਫ ਕਰ ਦਿੰਦਾ ਹੈ। ਇੱਥੇ ਤੱਕ ਕਿ ਉਸਦਾ ਜਿਹੜਾ ਜੂਏ ਵਿੱਚ ਜਿੱਤਿਆ ਹੋਇਆ ਰਾਜ ਵੀ ਵਾਪਸ ਕਰ ਦਿੰਦਾ ਹੈ ਤੇ ਉਸ ਨੂੰ ਖਿਮਾ ਵੀ ਕਰ ਦਿੰਦਾ ਹੈ। ਇਸ ਦਾ ਮਤਲਬ ਉਹ ਖਿਮਾ, ਦਇਆ, ਕਸ਼ਟ ਸਹਿਣ ਵਰਗੇ ਗੁਣਾਂ ਦਾ ਮਾਲਿਕ ਹੈ। ਇਸ ਤੋਂ ਪਹਿਲੇ ਅਸੀਂ ਗੱਲ ਕਰ ਚੁੱਕੇ ਹਾਂ, ਤੇਜਸਵੀ ਹੈ, ਗੁਣਵਾਨ ਹੈ, ਸੁੰਦਰ ਹੈ, ਬਲਵਾਨ ਹੈ, ਘੁੜਸਵਾਰੀ ਦਾ ਗੁਣ ਹੈ। ਇਹ ਸਾਰੇ ਗੁਣਾ ਕਰਕੇ ਆਪਣੇ ਭਰਾ ਪੁਸ਼ਕਰ ਤੋਂ ਵੱਖਰਾ ਔਰ ਸ੍ਰੇਸ਼ਟ ਹੈ। 15ਵਾਂ ਪ੍ਰਸ਼ਨ ਹੈ ਲਾਸਟ ਵਾਲਾ ਵੀ ਨਲ ਤੇ ਦਮਯੰਤੀ ਦੀ ਕਥਾ ਦਾ ਸਾਰ ਆਪਣੇ ਸ਼ਬਦਾਂ 'ਚ ਲਿਖੋ। ਇਸ ਸਾਰੇ ਬਾਰੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਜੇ ਤੁਸੀਂ ਸਕਰੀਨ ਨੂੰ ਦੇਖੋਗੇ ਤੁਹਾਡੇ ਮਨ 'ਚ ਪੂਰੀ ਦੀ ਪੂਰੀ ਜਿਹੜੀ ਸਟੋਰੀ ਹੈ ਉੱਭਰ ਆਏਗੀ। ਤੁਹਾਨੂੰ ਸਟੋਰੀ ਕਿੱਦਾਂ ਦੀ ਲੱਗੀ? ਮੈਨੂੰ ਤੇ ਬਹੁਤ ਚੰਗੀ ਲੱਗੀ। ਆਪਣੇ ਵਿਚਾਰ ਮੇਰੇ ਨਾਲ ਆਪਣੇ ਕਮੈਂਟ ਦੇ ਰੂਪ ਵਿੱਚ ਜ਼ਰੂਰ ਸਾਂਝੇ ਕਰੋ। ਆਪਦੀਆਂ ਅਸੀਸਾਂ ਦੀ ਆਸ ਵਿੱਚ ਤੁਹਾਡੇ ਤੋਂ ਇਜਾਜ਼ਤ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।